ਸਕਦਾ, ਈਜ਼ੀਲੀ ਪਹੁੰਚ ਕਰ ਸਕਦਾ ਤੇ ਰੀਅਲ ਏਸਟੇਟ ਸੈਕਟਰ ਜਿਹੜੇ ਬਿਲਡਰ ਹੈਗੇ ਨੇ ਉਹ ਕਿਸ ਤਰ੍ਹਾਂ ਦੀ ਭੂਮਿਕਾ ਅਦਾ ਕਰਦੇ ਨੇ, ਜਾਂ ਫਿਰ ਇਸ ਤਰ੍ਹਾਂ ਦੇ ਵੀ ਵਿਚਾਰ ਜਿਹੜੇ ਮਨ ਦੇ ਵਿੱਚ ਆਉਂਦੇ ਨੇ ਕਿ ਬਿਲਡਰ ਤਾਂ ਸਿਰਫ ਪੈਸੇ ਬਣਾਉਂਦੇ ਨੇ। ਬਹੁਤ ਸਾਰੀਆਂ ਗੱਲਾਂ ਹੈਗੀਆਂ ਨੇ, ਤੁਸੀਂ ਜ਼ਰੂਰ ਇਹਦਾ ਜ਼ਿਕਰ ਕਰੋ ਕਿ ਇੱਕ ਆਮ ਮਿਡਲ ਕਲਾਸ ਵਿਅਕਤੀ ਹੈਗਾ ਉਹ ਕਿਸ ਤਰੀਕੇ ਨਾਲ ਆਪਣੇ ਇੱਕ ਸੁਪਨੇ ਨੂੰ ਪੂਰਾ ਕਰ ਸਕਦਾ ਮਕਾਨ ਦੇ। ਇਹ ਤਾਂ ਕੋਰ ਇਸ਼ੂ ਹੈ ਬ੍ਰਦਰ। ਮੈਂ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਮੁਬਾਰਕਬਾਦ ਦੇਣਾ ਕਿ ਮੋਹਾਲੀ ਸੰਮੇਲਨ। ਅੱਛਾ, ਮੈਂ ਉਸ ਤੋਂ ਪਹਿਲਾਂ ਇੱਕ ਜ਼ਰੂਰ ਜ਼ਿਕਰ ਕਰਨਾ ਚਾਹਾਂਗਾ, ਸਾਡੇ ਜਿਹੜੇ ਗੈਸਟ ਹੈਗੇ ਨੇ ਉਹਨਾਂ ਨੂੰ ਵੀ ਦੱਸਣਾ ਜ਼ਰੂਰੀ ਹੈਗਾ। ਇੰਡੀਆ ਨਿਊਜ਼ ਪੰਜਾਬ ਦੇ ਪਲੇਟਫਾਰਮ ਤੇ YouTube ਤੇ Facebook ਤੇ ਸਾਡੇ ਲੱਖਾਂ ਹੀ ਦਰਸ਼ਕ ਔਨ 에ਅਰ ਸਾਨੂੰ ਦੇਖ ਰਹੇ ਨੇ, ਉਹ ਇਸ ਇੰਟਰਵਿਊ ਨੂੰ ਦੇਖ ਰਹੇ ਨੇ, ਇਸ ਗੱਲਬਾਤ ਨੂੰ ਦੇਖ ਰਹੇ ਨੇ, ਤਾਂ ਲੱਖਾਂ ਹੀ ਲੋਕਾਂ ਦੇ ਵਿੱਚ ਮੈਸੇਜ ਆਏਗਾ। ਤਾਂ ਜਗਜੀਤ ਮਾਂਜਾ ਜੀ ਤੁਸੀਂ ਜਾਰੀ ਰੱਖੋ ਪਲੀਜ਼। ਜਿਹੜਾ ਤੁਸੀਂ ਇਹ ਟਾਈਟਲ ਰੱਖਿਆ ਮੋਹਾਲੀ ਸੰਮੇਲਨ, ਇਹ ਬੜਾ ਅਪਰੋਪਰੀਏਟ ਹੈ। ਇੱਥੋਂ ਸਟਾਰਟ ਕਰਾਂਗਾ, ਫਿਰ ਮੈਂ ਥੋੜ੍ਹਾ ਬਹੁਤਾ ਕ੍ਰੈਡਿਟ ਬਾਰੇ ਵੀ ਗੱਲ ਕਰਾਂਗਾ, ਰਿਐਲਿਟੀ ਸੈਕਟਰ ਦੀ ਸਟਰੈਂਥ ਬਾਰੇ ਵੀ ਕਰਾਂਗਾ, ਔਰ ਸਾਡੀ ਸਭ ਤੋਂ ਵੱਡੀ ਜਿਹੜੀ ਜਦੋਂ ਅਸੀਂ ਲੈਂਦੇ ਹਾਂ ਸਟੇਕ ਹੋਲਡਰਸ ਦੀ ਗੱਲ, ਤੇ ਸਾਡੇ ਸਭ ਤੋਂ ਵੱਡੇ ਸਟੇਕ ਹੋਲਡਰ ਸਾਡੇ ਐਂਡ ਯੂਜ਼ਰ ਨੇ, ਉਹਨਾਂ ਬਾਰੇ ਵੀ ਗੱਲ ਕਰਾਂਗਾ। ਮੋਹਾਲੀ ਸੰਮੇਲਨ ਤੁਸੀਂ ਰੱਖਿਆ ਨਾਂ ਬਹੁਤ ਵਧੀਆ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਮੋਹਾਲੀ ਇੱਕ ਗਰੋਥ ਸੈਂਟਰ ਬਣ ਗਿਆ। ਇਹਦੇ ਕਈ ਕਾਰਨ ਨੇ ਜੀ। ਇੱਕ ਤਾਂ ਪਿਛਲੀਆਂ ਡਿਸਕਸ਼ਨਸ ਦੇ ਵਿੱਚ ਹੀ, ਜਿਸ ਤਰ੍ਹਾਂ ਚੰਡੀਗੜ੍ਹ ਯੂਨੀਵਰਸਿਟੀ ਦੇ ਰਿਪਰੈਜ਼ੈਂਟੇਟਿਵ ਸੀਗੇ, ਉਹਨਾਂ ਨੇ ਕਿਹਾ ਕਿ ਕਿੰਨੀ ਭੂਮਿਕਾ ਨਿਭਾਏਗੀ ਜਿਹੜੇ ਸਾਡੇ ਇਸ ਅਦਾਰੇ ਨੂੰ ਚਲਾ ਰਹੇ ਨੇ ਮਿਸਟਰ ਸੰਧੂ, ਸਤਨਾਮ ਸਿੰਘ ਸੰਧੂ ਜੀ। ਹਰ ਇੱਕ ਚੀਜ਼ ਦੇ ਪਿੱਛੇ ਕਿਸੇ ਨਾ ਕਿਸੇ ਦੀ ਡੈਡੀਕੇਸ਼ਨ ਇਨਵੋਲਵਡ ਹੁੰਦੀ ਹੈ। ਮੋਹਾਲੀ ਦੀ ਸਟ੍ਰੈਟਜਿਕ ਲੋਕੇਸ਼ਨ ਹੈ ਜੀ। ਅੱਜ ਦੀ ਡੇਟ 'ਚ CCR ਰੀਜਨ ਕਾਫੀ ਅੱਛੇ ਲੈਵਲ 'ਤੇ ਚੱਲ ਰਿਹਾ। ਜੇ ਅਸੀਂ ਵਰਲਡ ਲੈਵਲ 'ਤੇ ਗੱਲ ਕਰੀਏ ਤੇ ਇੰਡੀਆ ਦੇ ਵਿੱਚ ਜੇ ਅਸੀਂ ਕਰਦੇ ਹਾਂ ਨਾਰਥ ਦੀ ਗੱਲ, ਤੇ ਮੋਹਾਲੀ ਪੰਜਾਬ ਦਾ ਤੇ ਨਾਰਥ ਦਾ ਇੱਕ ਗਰੋਥ ਸੈਂਟਰ ਬਣ ਕੇ ਅਮਰਜ ਹੋ ਰਿਹਾ। ਮੈਂ ਤਾਂ ਕਈ ਵਾਰੀ ਇੱਥੋਂ ਤੱਕ ਕਹਿ ਦਿੰਦਾ ਕਿ ਸੂਨ ਚੰਡੀਗੜ੍ਹ ਵਿਲ ਬੀ ਪੂਅਰ ਕਜ਼ਨ ਆਫ ਮੋਹਾਲੀ। ਉਹਦੇ ਕਈ ਕਾਰਨ ਨੇ। ਅੱਜ ਦੀ ਡੇਟ 'ਚ ਜੇ ਅਸੀਂ ਮੋਹਾਲੀ ਡਿਸਟ੍ਰਿਕਟ ਦੀ ਗੱਲ ਕਰਦੇ ਹਾਂ, ਦੇਰ ਆਰ 6 LPAs, ਲੋਕਲ ਪਲੈਨਿੰਗ ਏਰੀਆਜ਼। ਸਭ ਤੋਂ ਨਵਾਂ ਪਲੈਨਿੰਗ ਏਰੀਆ ਜਿਹੜਾ ਮਾਸਟਰ ਪਲਾਨ ਨੋਟੀਫਾਈ ਹੈ ਅੰਡਰ ਦੀ ਟਾਈਟਲ ਆਫ ਨਿਊ ਚੰਡੀਗੜ੍ਹ, ਇਹਦੇ ਨਾਂ ਵਿੱਚ ਵੀ ਬਹੁਤ ਰੁਕਾਵਟਾਂ ਆਈਆਂ, ਤੇ ਅਲਟੀਮੇਟਲੀ ਉਹਨਾਂ ਨੇ ਕਿਹਾ ਇਫ ਦੇਅਰ ਕੈਨ ਬੀ ਏ ਨਿਊ ਮੁੰਬਈ, ਵਾਈ ਨਾਟ ਨਿਊ ਚੰਡੀਗੜ੍ਹ। 15,000 ਏਕੜ ਦੇ ਵਿੱਚ ਏਰੀਆ ਪਲੈਨਡ ਏਰੀਆ ਇੰਪਲੀਮੈਂਟ ਹੋ ਰਿਹਾ। ਸਾਡੇ ਡਿਸਟ੍ਰਿਕਟ ਕਾਊਂਸਲਰ ਪਲਾਨਰ ਸਾਹਿਬ ਬੈਠੇ, ਇਹਨਾਂ ਕੋਲ ਵੀ ਬਹੁਤ ਅੱਛੇ ਅੰਕੜੇ ਹੋਣਗੇ ਸ਼ੇਅਰ ਕਰਨ ਵਾਸਤੇ। ਜੇ ਅੱਜ ਅਸੀਂ ਗੱਲ ਕਰੀਏ ਕਿ ਮੋਹਾਲੀ ਦੇ ਵਿੱਚ ਮੇਜਰ ਕੈਟਾਲਿਸਟ, ਸਭ ਤੋਂ ਵੱਡਾ ਕੈਟਾਲਿਸਟ ਸਾਡਾ ਏਅਰਪੋਰਟ ਹੈ, ਔਰ ਏਅਰਪੋਰਟ ਦੇ ਵਿੱਚ ਅੱਜ ਦੀ ਡੇਟ 'ਚ ਅਸੀਂ ਉਹਦੀ ਜਿਹੜੀ ਕਪੈਸਿਟੀ ਹੈ, ਉਹਦੀ ਸ਼ਮਤਾ ਨੂੰ ਪਹਿਚਾਣ ਨਹੀਂ ਸਕੇ, ਕਿਉਂਕਿ ਇਹਦੇ ਵਿੱਚ ਕਈ ਗੱਲਾਂ ਹੁੰਦੀਆਂ। ਅੱਜ ਦੀ ਡੇਟ 'ਚ ਸਿਰਫ ਇੱਕੋ ਹੀ ਇੰਟਰਨੈਸ਼ਨਲ ਫਲਾਈਟ ਦੁਬਈ ਦੀ ਚੱਲ ਰਹੀ ਹੈ, ਉਹ ਵੀ ਇਕੋਨਮੀ ਕਲਾਸ ਹੈ, ਤੇ ਜਿਹੜੇ ਲਗਜ਼ਰੀ ਕਲਾਸ 'ਚ ਜਾਣਾ ਚਾਹੁੰਦੇ ਉਹ ਦਿੱਲੀ ਤੋਂ ਪ੍ਰੈਫਰ ਕਰਦੇ ਨੇ। ਜੇ ਮੋਹਾਲੀ ਦੇ ਏਅਰਪੋਰਟ ਦੀ, ਸ਼ਹੀਦ ਭਗਤ ਸਿੰਘ ਏਅਰਪੋਰਟ ਦੀ ਸ਼ਮਤਾ ਨੂੰ ਪਛਾਣਿਆ ਜਾਵੇ ਤੇ ਸੈਂਟਰ ਨਾਲ ਕੋਆਰਡੀਨੇਟ ਕਰਕੇ, ਸਾਡੀ ਗਵਰਨਮੈਂਟ ਆਲਰੇਡੀ, ਪੰਜਾਬ ਗਵਰਨਮੈਂਟ ਇਹਦੇ ਤੇ ਕਾਫੀ ਕੰਮ ਕਰ ਰਹੀ ਹੋਏਗੀ। ਇਫ ਵੀ ਆਰ ਕਨੈਕਟਡ ਅਕ੍ਰੋਸ ਦੀ ਵਰਲਡ ਦੈਨ ਦੀ ਥਿੰਗਸ ਵਿਲ ਚੇਂਜ। ਅੱਜ ਦੀ ਡੇਟ 'ਚ ਇਫ ਵੀ ਆਰ ਕਨੈਕਟਡ ਅਕ੍ਰੋਸ ਦਾ ਇੰਡੀਆ, ਲੋਟ ਆਫ ਥਿੰਗਸ ਹੈਵ ਚੇਂਜ। ਸੋ ਦਿਸ ਇਜ਼ ਆਵਰ ਰਿਕੁਐਸਟ ਫਰਮ ਐਵਰੀ ਮੰਚ, ਤਾਂ ਕਿ ਕਿਤੇ ਨਾ ਕਿਤੇ ਇਹ ਜਾ ਕੇ ਸਾਨੂੰ better connectivity to world मिले, क्योंकि most of the youth in Punjab is running away to different parts of the world for better opportunities and for greener pastures। से ਉਹਨਾਂ ਦੀ ਕਨੈਕਟੀਵਿਟੀ, ਉਹਨਾਂ ਦਾ ਇੱਥੇ ਆਉਣਾ, ਉਹ ਵੀ ਇੱਕ ਬੜਾ ਵੱਡਾ ਯੋਗਦਾਨ ਹੋਏਗਾ ਜਿਹੜਾ ਸਾਡੇ ਮੋਹਾਲੀ ਡਿਸਟ੍ਰਿਕਟ ਨੂੰ ਬਹੁਤ ਵੱਡੀ ਬੁਲੰਦੀ ਤੇ ਲੈ ਕੇ ਜਾਏਗਾ। ਰਹੀ ਗੱਲ ਕਨਫੈਡਰੇਸ਼ਨ ਦੀ, ਮੈਂ ਕਨਫੈਡਰੇਸ਼ਨ ਨੂੰ ਪ੍ਰੈਜ਼ੈਂਟ ਕਰ ਰਿਹਾ ਐਜ਼ ਪ੍ਰੈਜ਼ੀਡੈਂਟ। ਪੰਜਾਬ ਇਜ਼ ਵਨ ਆਫ ਦੀ ਚੈਪਟਰਸ। 21 ਸਟੇਟਸ ਦੇ ਵਿੱਚ ਅਸੀਂ ਪ੍ਰੈਜ਼ੈਂਟ ਹਾਂ। 20,000 ਪੁਰਾਣੀ ਇਹ ਐਸੋਸੀਏਸ਼ਨ ਹੈ, ਔਰ ਤਕਰੀਬਨ 15,000 ਬਿਲਡਰ ਜਿਹੜੇ ਨੇ ਇਹਦੇ ਨਾਲ ਜੁੜੇ ਹੋਏ ਨੇ। ਹੂ ਇਜ਼ ਹੂ ਇਨ ਦੀ ਰਿਐਲਿਟੀ ਸੈਕਟਰ ਇਜ਼ ਕੰਟਰੀਬਿਊਟਿੰਗ ਫਾਰ ਦੀ ਬੈਟਰ ਗਰੋਥ ਆਫ ਇੰਡੀਆ। ਜੇ ਅਸੀਂ ਰੀਅਲ ਸਟੇਟ ਦੀ ਗੱਲ ਕਰਦੇ ਹਾਂ, ਤੇ ਰੀਅਲ ਸਟੇਟ ਦੇ ਵਿੱਚ ਸਾਡੀ ਜਿਹੜੀ ਯੋਗਦਾਨ ਹੈ, we are the second largest employers after agriculture. Then we are contributing 8% to the GDP of the country. And there is a calculation
by the year 2030, the contribution to GDP will go up to 13.5. And India is striving to go for 5 trillion mark. And if that is to be achieved, 1 trillion ਜਿਹੜੀ ਹੈ ਸਾਡਾ ਯੋਗਦਾਨ ਕੱਲਾ ਰੀਅਲ ਸਟੇਟ ਸੈਕਟਰ ਦਾ ਹੋਏਗਾ ਜੀ। ਰੀਅਲ ਸਟੇਟ ਸੈਕਟਰ ਜਿਹੜਾ ਹੈ ਇਹ 50 ਮਿਲੀਅਨ ਲੋਕਾਂ ਨੂੰ ਰੋਜ਼ਗਾਰ ਦਿੰਦਾ ਸਕਿਲਡ ਤੇ ਅਨਸਕਿਲਡ ਦੇ ਵਿੱਚ। ਇਹ ਅੰਕੜੇ ਨੇ, ਥੀਸ ਆਰ ਸਟਰੈਂਥ, ਦੈਟ ਇਜ਼ ਵਾਈ ਆਈ ਐਮ ਸ਼ੇਅਰਿੰਗ ਜੀ। ਔਰ ਜੇ ਅਸੀਂ ਗੱਲ ਕਰਦੇ ਹਾਂ ਕਿ ਕਿੰਨੀਆਂ ਇੰਡਸਟਰੀਜ਼ ਨੂੰ ਅਸੀਂ ਸਪੋਰਟ ਕਰਦੇ ਹਾਂ, ਵੀ ਸਪੋਰਟ 269 ਐਂਸਿਲਰੀ ਇੰਡਸਟਰੀਜ਼। ਸੀ ਦੀ ਸਟਰੈਂਥ ਆਫ ਦੀ ਰਿਐਲਿਟੀ ਸੈਕਟਰ। ਰਹੀ ਗੱਲ ਕਰਡਈ ਦੀ ਜਿਹੜਾ ਯੋਗਦਾਨ ਹੈ ਕਿ ਟਰਾਂਸਪੇਰੈਂਸੀ ਐਂਡ ਬੈਟਰ ਡਿਲੀਵਰੀ, ਵੀ ਆਰ ਸਟ੍ਰਾਈਵਿੰਗ ਫॉर दैट। ਔਰ ਅੱਜ ਦੀ ਡੇਟ ਤਾਂ ਲੋਕ ਇਹ ਪੁੱਛਣ ਲੱਗ ਪਏ ਨੇ ਕਿ ਜਿਹੜਾ ਬਿਲਡਰ ਹੈ, ਡਿਵੈਲਪਰ ਹੈ, ਉਹ ਕਰਡਈ ਦੇ ਨਾਲ ਐਸੋਸੀਏਟਿਡ ਹੈ। ਸੋ ਦਿਸ ਇਜ਼ ਦੀ ਸਟਰੈਂਥ ਐਂਡ ਵੀ ਆਰ ਆਲਵੇਜ਼ ਟਰਾਈਂਗ ਕਿ ਐਂਡ ਯੂਜ਼ਰ ਡਿਚ ਨਾ ਹੋਵੇ। ਔਰ ਲੱਕੀਲੀ those who are associated with KDI, they are doing all good practices and we are making it mandatory also। ਇੱਕ ਹੋਰ ਵਿਸ਼ਾ ਆਉਂਦਾ ਹੈ ਜਿਹੜਾ ਸਸਟੇਨੇਬਲ ਡਿਵੈਲਪਮੈਂਟ ਦਾ, ਉਹਦੇ ਵਿੱਚ ਵੀ KDI ਦਾ ਕਾਫੀ ਅੱਛਾ ਯੋਗਦਾਨ ਚੱਲ ਰਿਹਾ ਹੈ। ਕੁੱਲ ਮਿਲਾ ਕੇ ਇੱਕ ਵਰਡ ਯੂਜ਼ ਕਰਦਾ, ਸਾਡੇ DDP ਸਾਹਿਬ ਬੈਠੇ ਹੈ, ਮੈਂ ਆਈ ਯੂਜ਼ ਪਾਰਟਨਰਸ ਇਨ ਸਰਵਿਸ। ਵੀ ਆਰ ਪਾਰਟਨਰਸ ਇਨ ਸਰਵਿਸ। ਗਵਰਨਮੈਂਟ ਅਥਾਰਟੀ ਤੇ ਅੱਜ ਸਾਡੇ ਜਿਹੜੇ ਅਫੀਸ਼ੀਅਲਸ ਬੈਠੇ ਹੈ, ਦੈਨ ਗੁਰਦੇਵ ਅਟਵਾਲ ਜੀ ਇਜ਼ ਆਵਰ ਡਿਸਟ੍ਰਿਕਟ ਟਾਊਨ ਪਲੈਨਰ। ਸੋ ਗਵਰਨਮੈਂਟ ਮਾਨਤਾਵਾਂ ਦਿੰਦੀ ਹੈ, ਅਸੀਂ ਇੰਪਲੀਮੈਂਟ ਕਰਦੇ ਹਾਂ ਬਿਕਾਜ਼ ਦੇ ਹੈਵ ਅਲਾਊਡ ਅਸ ਟੂ ਅਕਵਾਇਰ। ਤੁਸੀਂ ਗੱਲ ਕੀਤੀ ਕੈਨੇਡਾ ਦੀ, ਵਿਸ਼ਵਾਸ ਲੋਕਾਂ ਦਾ ਤਾਈਓ ਬਣਿਆ ਜੇਕਰ ਤੁਸੀਂ ਡਿਲੀਵਰੀ ਟਾਈਮ ਤੇ ਸਮੇਂ ਸਿਰ ਤੇ ਇਮਾਨਦਾਰੀ ਦੇ ਨਾਲ ਦਿੰਦੇ ਰਹੇ। ਤਾਂ ਗੁਰਦੇਵ ਸਿੰਘ ਅਟਵਾਲ ਜੀ, ਤੁਹਾਨੂੰ ਸਵਾਲ ਹੈਗਾ ਪਬਲਿਕ ਸਰਵਿਸਿਜ਼ ਨੂੰ ਲੈ ਕੇ ਜਿਹੜੀਆਂ ਖਾਮੀਆਂ ਸੀਗੀਆਂ, ਉਸ ਚੀਜ਼ ਨੂੰ ਲੈ ਕੇ ਬਿਲਡਰ ਤੇ ਆਮ ਲੋਕਾਂ ਦੇ ਵਿੱਚ ਹਜੇ ਵੀ ਪੇਚ ਫਸਦਾ ਹੈ, ਜਾਂ ਗਮਾਡਾ ਜਾਂ ਫਿਰ ਤੁਹਾਡੀ ਸਰਵਿਸਿਜ਼ ਹੈਗੀਆਂ ਨੇ ਉਹ ਸਫਲਤਾਪੂਰਵਕ ਉਹਨੂੰ ਦੂਰ ਕਰਦੀ ਹੈ ਉਸ ਖਾਮੀ ਨੂੰ? ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਵੀ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ 2006 'ਚ ਬਣੀ ਹੈ। ਉਹ ਤੋਂ ਪਹਿਲਾਂ ਪੂਰੇ ਪੰਜਾਬ 'ਚ ਪੁੱਡਾ ਕੰਮ ਕਰਦਾ ਸੀ ਜੀ। ਪੰਜਾਬ ਦੇ ਬਿਹਤਰ ਵਿਕਾਸ ਲਈ 6 ਡਿਵੈਲਪਮੈਂਟ ਅਥਾਰਟੀਆਂ ਪੰਜਾਬ 'ਚ ਪਲਾਨ ਕੀਤੀਆਂ, ਜਿਹਦੇ 'ਚ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਸਭ ਤੋਂ ਇੰਪੋਰਟੈਂਟ ਆਪਣੀ ਭੂਮਿਕਾ ਨਿਭਾ ਰਹੀ ਹੈ ਜੀ। ਥੋੜਾ ਮਾਈਕ ਕਲੋਜ਼ ਕਰ ਲਓ। ਹਾਂਜੀ। ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਦਾ ਏਰੀਆ ਪੈਂਦਾ ਹੈ ਮੋਹਾਲੀ ਡਿਸਟ੍ਰਿਕਟ ਪੂਰਾ, ਸਾਹਿਬਜ਼ਾਦਾ ਅਜੀਤ ਸਿੰਘ ਡਿਸਟ੍ਰਿਕਟ ਪੂਰਾ ਜੀ, ਰੂਪਨਗਰ ਡਿਸਟ੍ਰਿਕਟ, ਪਾਰਸ਼ਲ ਫਤਿਹਗੜ੍ਹ ਤੇ ਪਾਰਸ਼ਲ ਰਾਜਪੁਰਾ ਪਟਿਆਲਾ, ਸੌਰੀ ਪਟਿਆਲਾ। ਠੀਕ ਹੈ। 119 ਸਕੁਅਰ ਕਿਲੋਮੀਟਰ ਸਾਡੇ ਰੀਜਨਲ ਪਲਾਨ ਗਮਾਡਾ ਪਲਾਨ ਗਰੋਥ ਹੈ ਇੱਥੇ ਸਾਰੀ। 2008 ਤੇ 9 'ਚ ਰੀਜਨਲ ਪਲਾਨ ਗਮਾਡਾ ਪਲਾਨ ਕੀਤਾ। 119 ਸਕੁਅਰ ਕਿਲੋਮੀਟਰ ਰੀਜਨਲ ਪਲਾਨ ਗਮਾਡਾ ਦਾ ਏਰੀਆ ਹੈ ਜੀ, ਜਿਹਦੇ 'ਚ ਮੈਂ ਤੁਹਾਡੇ ਮਾਧਿਅਮ ਨਾਲ ਕਹਿੰਦਾ ਆਪਾਂ ਮੋਹਾਲੀ ਕਹਿੰਦੇ। ਮੋਹਾਲੀ ਛੋਟਾ ਨਾਮ ਹੈ ਜੀ। ਬੇਸਿਕਲੀ ਇਸ ਸ਼ਹਿਰ ਦਾ ਨਾਮ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਹੈ। ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦਸਮ ਪਾਤਸ਼ਾਹ ਦੇ 10ਵੇਂ ਵੱਡੇ ਸਾਹਿਬਜ਼ਾਦੇ ਨੇ, ਸਾਹਿਬਜ਼ਾਦਾ ਅਜੀਤ ਸਿੰਘ, ਜਿਨ੍ਹਾਂ ਦੇ ਨਾਂ ਤੇ ਮੋਹਾਲੀ ਦਾ ਨਾਂ ਰੱਖਿਆ ਗਿਆ। ਇਹ ਵੀ ਅਦੁੱਤੀ ਇੱਕ ਮਿਸਾਲ ਉਹਨਾਂ ਵੱਲੋਂ ਪੇਸ਼ ਕੀਤੀ ਗਈ ਸੀ। ਬਿਲਕੁਲ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਹੈ ਬੇਸਿਕਲੀ ਮੋਹਾਲੀ, ਇਸ ਜ਼ਿਲ੍ਹੇ ਦਾ ਨਾਮ ਵੀ, ਇਸ ਸ਼ਹਿਰ ਦਾ ਨਾਮ ਵੀ ਜੀ। ਹਾਂ, ਮੋਹਾਲੀ ਬਹੁਤ ਛੋਟਾ ਨਾਮ ਹੈ। ਮੋਹਾਲੀ ਬੇਸਿਕਲੀ ਇੱਕ ਪਿੰਡ ਦਾ ਨਾਮ ਹੁੰਦਾ ਸੀ ਤੇ ਇਸ ਦੇ ਵਿੱਚ ਲਗਭਗ ਸਾਡੇ 7 ਪਲੈਨਿੰਗ ਏਰੀਆ ਨੇ, ਜਿਹਦੇ 'ਚ ਮੋਹਾਲੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਨਿਊ ਚੰਡੀਗੜ੍ਹ, ਖਰੜ, ਬਨੂੜ, ਜੀਰਕਪੁਰ, ਡੇਰਾਬੱਸੀ ਤੇ ਲਾਲੜੂ। ਅੱਛਾ, ਬਹੁਤ ਸਾਰੀ ਡਿਵੈਲਪਮੈਂਟ ਹੋ ਰਹੀ ਆ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਬਹੁਤ ਵੱਡਾ ਜ਼ਿਲ੍ਹਾ ਹੈਗਾ, ਪਿੰਡਾਂ ਦੇ ਵਿੱਚ ਵੀ ਡਿਵੈਲਪਮੈਂਟ ਹੋਣ ਲੱਗ ਗਈ ਹੈ, ਕਾਫੀ ਉਦਾਹਰਨਾਂ ਹੈਗੀਆਂ ਨੇ। ਉਹ ਸਾਰਾ ਕੁਝ ਕਿੱਦਾਂ ਮੈਨੇਜ ਕਰ ਰਹੇ ਹੋ ਤੁਸੀਂ? ਬੇਸਿਕਲੀ ਗਮਾਡਾ ਅਥਾਰਟੀ ਦੇ ਵਿੱਚ ਸਾਰੇ ਵਿੰਗ ਨੇ, ਪਲੈਨਿੰਗ ਤੇ ਲਾਇਸੈਂਸਿੰਗ ਵਿੰਗ ਜੀ, ਇੰਜੀਨੀਅਰਿੰਗ ਵਿੰਗ ਜੀ, ਸਟੇਟ ਆਫਿਸ। ਤੇ ਤੁਹਾਨੂੰ ਬੜਾ ਚਾਰਜ ਹੋਏਗਾ ਵੀ ਲੋਕਲ ਗਵਰਨਮੈਂਟ ਪੂਰੇ ਪੰਜਾਬ 'ਚ ਵਰਕ ਕਰ ਰਹੀ ਹੈ, ਕਮੇਟੀਆਂ, ਕਾਰਪੋਰੇਸ਼ਨਸ। ਮੋਹਾਲੀ ਦੇ ਵਿੱਚ ਜਿਹੜੀ ਮੋਹਾਲੀ SS ਨਗਰ ਦੀ ਕਾਰਪੋਰੇਸ਼ਨ ਹੈ, ਉਹਨਾਂ ਦੀ ਆਪਣੀ ਲੈਂਡ ਨਹੀਂ ਹੈ। ਬੇਸਿਕਲੀ ਗਮਾਡਾ ਜਿਹੜੇ ਡਿਵੈਲਪ ਕਰ ਲੈਂਦਾ ਸੈਕਟਰ, ਉਹ ਸੈਕਟਰ ਡਿਵੈਲਪ ਕਰਕੇ ਕਾਰਪੋਰੇਸ਼ਨ ਨੂੰ ਟ੍ਰਾਂਸਫਰ ਕਰ ਦਿੰਦੇ ਜੀ। ਹਾਂਜੀ, ਅਦਰਵਾਈਜ਼ ਲੋਕਲ ਗਵਰਨਮੈਂਟ ਦੀ ਪਾਰਟੀਸਪੇਸ਼ਨ ਪੰਜਾਬ 'ਚ ਜ਼ਿਆਦਾ ਹੈ
ਮੋਹਾਲੀ ਦੇ ਵਿੱਚ ਹਾਊਸਿੰਗ ਅਰਬਨ ਡਿਵੈਲਪਮੈਂਟ ਦੀ ਪਾਰਟੀਸਪੇਸ਼ਨ ਹੈ ਜੀ ਮੋਹਾਲੀ ਇਸ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਵਿੱਚ 2 ਜਗ੍ਹਾ ਤੇ ਗਮਾਡਾ ਦੀ ਐਗਜ਼ਿਸਟੈਂਸ ਜ਼ਿਆਦਾ ਹੈ ਜੀ ਐਸਐਸ ਨਗਰ ਜੀ ਐਸਐਸ ਨਗਰ ਸ਼ਹਿਰ 'ਚ ਤੇ ਨਿਊ ਚੰਡੀਗੜ੍ਹ ਜੀ 2 ਐਸਐਸ ਨਗਰ ਲਗਭਗ ਸਾਰੇ ਦਾ ਸਾਰਾ ਮਤਲਬ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਨੇ ਡਿਵੈਲਪ ਕੀਤਾ ਹੈ ਇੱਥੇ ਪ੍ਰਾਈਵੇਟ ਡਿਵੈਲਪਰ ਲਗਭਗ 2006-7 ਤੋਂ ਪ੍ਰਾਈਵੇਟ ਡਿਵੈਲਪਰ ਆਉਣੇ ਸ਼ੁਰੂ ਹੋਏ ਮੈਗਾ ਪ੍ਰੋਜੈਕਟ ਜਿਵੇਂ ਐਮਆਰ ਮੈਗਾ ਪ੍ਰੋਜੈਕਟ ਐਮਆਰ ਦਾ ਯੂਨੀਟੈਕ ਦਾ ਕੰਟਰੀ ਕੋਲੋਨਾਈਜ਼ਰ ਦਾ ਜਾਂ ਪੀਏਸੀਐਲ 2 ਛੋਟੇ ਪ੍ਰੋਜੈਕਟ ਨੇ ਜੁਬਲੀ ਹੋਇਆ ਮਤਲਬ ਇਹਨਾਂ ਦੀ ਕੰਟਰੀਬਿਊਸ਼ਨ ਮਤਲਬ ਐਜ਼ ਵੈਲ ਐਜ਼ ਗਵਰਨਮੈਂਟ ਦੇ ਤੌਰ ਤੇ ਡਿਵੈਲਪਮੈਂਟ ਤੇ ਐਜ਼ ਵੈਲ ਐਜ਼ ਪ੍ਰਾਈਵੇਟ ਪਾਰਟੀਸਪੇਸ਼ਨ ਜਿਹੜੀ ਗਮਾਡਾ ਨੇ ਡਿਵੈਲਪਮੈਂਟ ਕੀਤੀ ਹੈ ਉਹ ਬੇਸਿਕਲੀ ਲੋਕਾਂ ਨੂੰ ਨਾਲ ਲੈ ਕੇ ਕੀਤੀ ਹੈ ਲੋਕਾਂ ਨੂੰ ਨਾਲ ਲੈ ਕੇ ਕਹਿਣ ਦਾ ਮਤਲਬ ਇੱਥੇ ਅਸੀਂ ਲੇਟੈਸਟ 2020 ਲੈਂਡ ਪੁਲਿੰਗ ਪਾਲਿਸੀ ਜੀ ਜਿਹਦੇ 'ਚ ਲੋਕਾਂ ਨੂੰ ਭਾਈਵਾਲ ਬਣਾਇਆ ਜ਼ਮੀਨ ਦੇ ਜਿਹੜੇ ਓਰੀਜਨਲ ਬਸਿੰਦੇ ਨੇ ਜ਼ਮੀਨ ਦੇ ਓਨਰ ਨੇ ਉਹਨਾਂ ਨੂੰ ਭਾਈਵਾਲ ਬਣਾਇਆ ਉਹਨਾਂ ਨੂੰ ਡਿਵੈਲਪ ਲੈਂਡ 1000 ਸਕੁਅਰ ਯਾਰਡ ਡਿਵੈਲਪ ਲੈਂਡ ਰੈਜ਼ੀਡੈਂਸ਼ੀਅਲ ਦਿੱਤੀ ਹੈ ਤੇ 200 ਸਕੁਅਰ ਯਾਰਡ ਕਮਰਸ਼ੀਅਲ ਤਾਂ ਕਿ ਉਹ ਇਹਦਾ ਪਾਰਟ ਬਣ ਤੇ ਉਹ ਵੀ ਇਹਦੇ ਬੈਨੀਫਿਸ਼ੀਅਰ ਰਹਿਣ ਗਮਾਡਾ ਨੇ ਆਪਣੀ ਅਰਨਿੰਗ ਵਾਸਤੇ ਨਹੀਂ ਬੇਸਿਕਲੀ ਗਮਾਡਾ ਦਾ ਮਤਲਬ ਤਾਂ ਅਫੋਰਡੇਬਲ ਪ੍ਰਾਈਸਿਸ ਤੇ ਲੋਕਾਂ ਨੂੰ ਘਰ ਮੁਹੱਈਆ ਕਰਾਉਣਾ ਠੀਕ ਹੈ ਅਸੀਂ ਵਾਪਸ ਆਵਾਂਗੇ ਤੁਹਾਡੇ ਕੋਲ ਅਟਵਾਲ ਸਾਹਿਬ ਕੁਲਜੀਤ ਸਿੰਘ ਬੇਦੀ ਜਿਹੜੇ ਡਿਪਟੀ ਮੇਅਰ ਹੈਗੇ ਨੇ ਮੋਹਾਲੀ ਦੇ ਤਾਂ ਬੇਦੀ ਸਾਹਿਬ ਵਿਕਾਸ ਨੂੰ ਲੈ ਕੇ ਤੁਸੀਂ ਕੀ ਕਹੋਗੇ ਇੱਕ ਕਾਰਪੋਰੇਸ਼ਨ ਦੇ ਵੀ ਆਪਣੇ ਫਰਜ਼ ਹੁੰਦੇ ਨੇ ਸਮਾਂ ਸੀਮਾ ਹੁੰਦੀਆਂ ਨੇ ਤੇ ਬਹੁਤ ਸਾਰੀਆਂ ਚੁਣੌਤੀਆਂ ਵੀ ਹੁੰਦੀਆਂ ਨੇ ਬਹੁਤ ਸਾਰੇ ਪੋਲੀਟੀਕਲ ਏਜੰਡੇ ਵੀ ਵਿੱਚ ਆ ਕੇ ਲੱਤ ਫਸਾ ਜਾਂਦੇ ਨੇ ਕਿ ਆਹ ਚੀਜ਼ ਮੈਂ ਹੁਣ ਨਹੀਂ ਦੇਣੀ ਸੋ ਸੁਪਨਾ ਕੀ ਹੈਗਾ ਤੁਹਾਡਾ ਤੁਸੀਂ ਪੁਰਾਣੇ ਸਮੇਂ ਤੋਂ ਤੁਸੀਂ ਚੋਣਾਂ ਲੜਦੇ ਆਏ ਹੋ ਕੌਂਸਲਰ ਵਜੋਂ ਤੁਸੀਂ ਸੇਵਾਵਾਂ ਦਿੰਦੇ ਆ ਰਹੇ ਹੋ ਪਿਛਲੇ ਕਾਫੀ ਸਮੇਂ ਤੋਂ ਚੁਣੌਤੀਆਂ ਦਾ ਸਾਹਮਣਾ ਵੀ ਕਰਦੇ ਰਹੇ ਹੋ ਤੁਹਾਡਾ ਕੀ ਮਕਸਦ ਹੈਗਾ ਕਿ ਉਹ ਸਹੀ ਤਰੀਕੇ ਨਾਲ ਤੁਸੀਂ ਗਰੋ ਕਰ ਰਹੇ ਹੋ ਅੱਗੇ ਵਧ ਰਹੇ ਹੋ ਆਪਣੇ ਮਿਸ਼ਨ ਵੱਲ ਤੁਹਾਡੇ ਮਾਧਿਅਮ ਰਾਹੀਂ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਜਿਸ ਤਰ੍ਹਾਂ ਅਟਵਾਲ ਸਾਹਿਬ ਨੇ ਦੱਸਿਆ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਹੜੀ ਸਾਡੀ ਨਗਰ ਨਿਗਮ ਆ ਜਿਹਨੂੰ ਅਸੀਂ ਮੋਹਾਲੀ ਕਹਿੰਦੇ ਆ ਇਹਦਾ ਕੰਮ ਮੇਨਟੇਨੈਂਸ ਦਾ ਜ਼ਿਆਦਾ ਕੰਮ ਜੀ ਰੱਖ ਰਖਾਅ ਸਾਫ ਸਫਾਈ ਪਾਣੀ ਦਾ ਪ੍ਰਬੰਧ ਕਿਉਂਕਿ ਪੰਜਾਬ ਦੀ ਇਕਲੌਤੀ ਨਗਰ ਨਿਗਮ ਆ ਜਿਹਦੇ ਕੋਲ ਨਕਸ਼ੇ ਨਹੀਂ ਹੈ ਸਾਰੇ ਪੰਜਾਬ ਦੀਆਂ ਕਾਰਪੋਰੇਸ਼ਨਾਂ ਕੋਲ ਲੈਂਡ ਦੀ ਲੈਂਡ ਜਿਹੜੀ ਆ ਨਕਸ਼ੇ ਜਾਂ ਉਹਦਾ ਚੇਂਜ ਆਫ ਲੈਂਡ ਯੂਜ਼ਰ ਜਿਹੜੀ ਆ ਉਹ ਮੋਹਾਲੀ 'ਚ ਗਮਾਡਾ ਕਰਦੀ ਹੈ ਉਹਦੇ ਨਾਲ ਬਹੁਤ ਸਾਰੀ ਆਮਦਨ ਦੇ ਸਾਧਨ ਵੀ ਜਿਹੜੇ ਆ ਸਾਡੇ ਸੀਮਤ ਰਹਿ ਜਾਂਦੇ ਆ ਇਸ ਕਰਕੇ ਅਸੀਂ ਜਿਹੜੇ ਆ ਡਿਪੈਂਡੈਂਟ ਰਹਿੰਦੇ ਆ ਗਮਾਡਾ ਤੇ ਵੀ ਔਰ ਨਾਲ ਪਰ ਕੋਸ਼ਿਸ਼ ਹੁੰਦੀ ਆ ਅਸੀਂ ਗਮਾਡਾ ਤੇ ਲੋਕਾਂ 'ਚ ਤਾਲਮੇਲ ਕਰਕੇ ਅਸੀਂ ਇਸ ਆਪਣੀ ਜ਼ਿੰਮੇਵਾਰੀ ਨੂੰ ਜਿਹੜੀ ਨਿਭਾਈਏ ਔਰ ਮੋਹਾਲੀ ਕਿਉਂਕਿ ਹਰ ਪੰਜਾਬੀ ਦਾ ਕਿਉਂ ਪੰਜਾਬੀ ਮੈਂ ਕਹਾਂਗਾ ਵੀ ਭਾਵੇਂ ਇੰਗਲੈਂਡ ਵਾ ਭਾਵੇਂ ਕੈਨੇਡਾ ਹੈ ਭਾਵੇਂ ਆਸਟ੍ਰੇਲੀਆ ਬੈਠਾ ਉਹਦਾ ਇੱਕ ਸੁਪਨਾ ਵਾ ਵੀ ਮੈਂ ਮੋਹਾਲੀ 'ਚ ਮੇਰਾ ਜਿਹੜਾ ਘਰ ਆ ਉਹ ਹੋਣਾ ਚਾਹੀਦਾ ਉਹਦੇ ਨਾਲ ਮੋਹਾਲੀ ਦੀ ਗਰੋਥ ਅੱਜ ਜਿਹੜੀ ਆ ਮੈਂ ਸਮਝਦਾ ਹਿੰਦੁਸਤਾਨ 'ਚ ਸਭ ਤੋਂ ਵੱਧ ਰੇਟ ਡਿਫਰੈਂਸ ਹੈਗਾ ਤੇ ਉਹ ਮੋਹਾਲੀ ਵਿੱਚ ਜੇ ਅੱਜ ਦੀ ਡੇਟ 'ਚ ਪ੍ਰਾਪਰਟੀ ਬੈਠੇ ਨੇ ਅੱਜ ਕਿਉਂ ਮੋਹਾਲੀ ਦੀ ਪ੍ਰਾਪਰਟੀ ਸਾਰੇ ਹਿੰਦੁਸਤਾਨ ਜੇ ਮੰਦਾ ਵੀ ਆਇਆ ਤੇ ਮੋਹਾਲੀ 'ਚ ਗਰੋਥ ਆ ਉਹਦਾ ਰੀਜਨ ਇਹ ਹੈ ਵੀ ਹਰ ਮੋਹਾਲੀ ਦੀਆਂ ਫੈਸਿਲਿਟੀਆਂ ਮੋਹਾਲੀ 'ਚ ਗਮਾਡਾ ਤੇ ਨਗਰ ਨਿਗਮ ਦਾ ਤਾਲਮੇਲ ਪ੍ਰਾਈਵੇਟ ਸੈਕਟਰ ਦਾ ਜਿਹੜਾ ਨਾਲ ਭਾਈਵਾਲੀ ਉਹਨਾਂ ਦਾ ਤਾਲਮੇਲ ਨਾਲ ਹੀ ਜਿਹੜਾ ਮੋਹਾਲੀ ਉਹ ਡਿਵੈਲਪ ਹੋ ਰਿਹਾ ਔਰ ਅੱਜ ਮੋਹਾਲੀ ਦੀਆਂ ਆਉਣ ਵਾਲੀਆਂ ਚੁਣੌਤੀਆਂ ਵੀ ਬਹੁਤ ਨੇ ਮੈਂ ਕਿਉਂਕਿ ਖਾਸ ਕਰਕੇ ਕਿਉਂਕਿ ਮੋਹਾਲੀ ਦੇ ਵਿੱਚ ਪਾਣੀ ਦਾ ਜਿਕੂ ਮੈਂ ਕਹਿੰਦਾ ਪਾਪੂਲੇਸ਼ਨ ਦਾ ਬਹੁਤ ਵੱਡਾ ਫਲੋ ਆ ਰਿਹਾ ਲੇਕਿਨ ਅਸੀਂ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਅੱਛਾ ਬਹੁਤ ਸਾਰੇ ਛੋਟੇ ਸ਼ਹਿਰਾਂ ਚੋਂ ਪਿੰਡਾਂ ਚੋਂ ਲੋਕ ਪਲਾਇਨ ਕਰ ਰਹੇ ਨੇ ਮੋਹਾਲੀ ਵੱਲ ਨੂੰ ਨਹੀਂ ਉਹ ਪਲਾਨ ਤੇ ਕਰ ਰਹੇ ਨੇ ਹੁਣ ਸਾਡਾ ਏਰੀਆ ਜਿਹੜਾ ਤੁਸੀਂ ਮੋਹਾਲੀ ਜਿਹਨੂੰ ਅਸੀਂ ਮੋਹਾਲੀ ਜੇ ਅਸੀਂ ਮੋਹਾਲੀ ਦੀ ਪੁਰਾਣੀ ਅੱਜ ਤਹਿਸੀਲ ਮੋਹਾਲੀ ਦੀ ਗੱਲ ਕਰੀਏ ਤਹਿਸੀਲ ਮੋਹਾਲੀ ਦਾ ਸਾਰਾ ਅਰਬਨ ਆ ਗਿਆ ਜਿਹੜੇ ਪਿੰਡ ਰਹੇ ਨੇ ਉਹ ਪਿੰਡ ਵੀ ਸਾਰੇ ਗਮਾਡਾ ਦੇ ਮਾਸਟਰ ਪਲਾਨ 'ਚ ਆ ਗਏ ਨੇ ਉਹਦੇ ਨਾਲ ਸੈਕਟਰਾਂ ਦੇ ਵਿੱਚ ਆ ਗਏ ਨੇ ਉਹਦੇ ਨਾਲ ਉਹਨਾਂ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਵਧੀਆਂ ਨੇ ਜਿਵੇਂ ਉੱਥੇ ਪਸ਼ੂਆਂ ਦੀ ਸਮੱਸਿਆ ਵਾ ਉਹਨਾਂ ਨੂੰ ਜਿਹੜੇ ਕਿੱਥੇ ਜਾਣ ਉਹੋ ਜਿਹੀਆਂ ਸਮੱਸਿਆ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਆਪਣੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤ ਦਈਏ ਔਰ ਉਹਦੇ 'ਚ ਕਾਮਯਾਬੀ ਵੀ ਕਾਫੀ ਹੋ ਰਹੀ ਹੈ ਲੇਕਿਨ ਕਈ ਚੀਜ਼ਾਂ 'ਚ ਦਿੱਕਤਾਂ ਵੀ ਆਉਂਦੀਆਂ ਨੇ ਲੇਕਿਨ ਚੁਣੌਤੀਆਂ ਹਮੇਸ਼ਾ ਜਿਹੜੀਆਂ ਨੇ ਉਹਨਾਂ ਨੂੰ ਮੰਨਣਾ ਚਾਹੀਦਾ ਚੁਣੌਤੀਆਂ ਦਾ ਸਾਹਮਣਾ ਕਰਨਾ ਚਾਹੀਦਾ ਮੈਂ ਸਮਝ ਜਿੱਥੇ ਚੁਣੌਤੀ ਆਵੇ ਉੱਥੇ ਹੀ ਕੰਮ ਕਰਨ ਦਾ ਵੀ ਮਜ਼ਾ ਆਉਂਦਾ ਵਾ ਔਰ ਅਸੀਂ
ਤਾਲਮੇਲ ਨਾਲ ਸਰਕਾਰਾਂ ਨਾਲ, ਕਿਉਂਕਿ ਹੁਣ ਵੀ ਨਵੀਂ ਸਰਕਾਰ ਆਈ ਹੈ, ਇਹਨਾਂ ਨਾਲ ਤਾਲਮੇਲ ਵੀ ਕਰ ਰਹੇ ਹਾਂ। ਅਸੀਂ ਗਮਾਡਾ ਦੇ ਮੰਤਰੀ ਜੀ ਨੂੰ ਪਿੱਛੇ ਮਿਲ ਕੇ ਆਏ ਹਾਂ ਪੈਸੇ ਦੇ ਵਾਸਤੇ, ਔਰ ਮੋਹਾਲੀ ਦੇ ਵਿੱਚ ਅਸੀਂ ਪਾਣੀ ਦਾ ਜਿਹੜਾ ਵਾ ਕਜੌਲੀ ਵਾਟਰ ਵਰਕਸ ਤੋਂ ਪਾਣੀ ਲਿਆਂਦਾ ਵਾ, ਉਹਦੇ ਲਈ ਮੈਂ ਬੜੀ ਕਾਨੂੰਨੀ ਲੜਾਈ ਵੀ ਲੜੀ ਆ, ਪਰ ਕਈ ਸਾਲ ਹਾਈ ਕੋਰਟ ਤੋਂ ਅਸੀਂ ਕੇਸ ਜਿੱਤ ਕੇ ਹੁਣ ਅੱਜ ਮੋਹਾਲੀ ਨੂੰ ਜਿਹੜਾ ਪਾਣੀ ਨਹਿਰੀ ਪਾਣੀ ਆ ਉਹ ਅਸੀਂ ਦੇਣ 'ਚ ਕਾਮਯਾਬ ਹੋਏ ਆ। ਔਰ ਇਸੇ ਤਰ੍ਹਾਂ ਮੋਹਾਲੀ 'ਚ ਜਿਹੜਾ ਵਾ ਸੋਲਰ ਲਾਈਟਾਂ ਜਿਹੜੀਆਂ ਹੈਗਾ ਅਸੀਂ ਲਾਤੀਆਂ ਨੇ, ਔਰ ਹੋਰ ਅਸੀਂ ਕਈ ਚੀਜ਼ਾਂ ਕਰਨ ਜਾ ਰਹੇ ਹਾਂ ਆਉਣ ਵਾਲੇ ਸਮੇਂ 'ਚ ਜਿਹੜਾ ਗਮਾਡਾ ਨਾਲ ਤਾਲਮੇਲ ਕਰ। ਅੱਛਾ, ਲਾਜ਼ਮੀ ਤੌਰ ਤੇ ਆਮਦਨ ਵੀ ਉਨੀ ਹੋਏਗੀ? ਆਮਦਨ ਦਾ ਸਰੋਤਾ ਸਾਡੇ ਕੋਲ ਜਿਹੜਾ ਵਾ ਉਹ ਪ੍ਰਾਪਰਟੀ ਟੈਕਸ ਆ ਥੋੜਾ ਜਿਹਾ, ਜਾਂ ਐਡਵਰਟਾਈਜ਼ਮੈਂਟ ਆ, ਜਾਂ ਸਾਡੇ ਕੋਲ ਜਿਹੜੀ ਸਰਕਾਰ ਵੱਲੋਂ ਸਾਨੂੰ GST ਹੁੰਦਾ ਵਾ ਉਹ ਹੈਗਾ। ਲੇਕਿਨ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ ਵੀ ਸਾਨੂੰ ਗ੍ਰਾਂਟਾਂ ਜਿਹੜੀਆਂ ਨੇ ਸਰਕਾਰ ਵੱਲੋਂ ਮਿਲਦੀਆਂ ਰਹਿਣ। ਹੁਣ ਸਾਡੀ ਕੋਸ਼ਿਸ਼ ਆ ਵੀ ਅਸੀਂ ਮੋਹਾਲੀ ਸ਼ਹਿਰ ਨੂੰ ਵੀ ਜਿਹੜੀ ਸਰਕਾਰ ਵੱਲੋਂ ਇਹ ਹੈਗੀ ਆ ਸਕੀਮ ਆਈ ਹੈ, ਜਿਵੇਂ ਚੰਡੀਗੜ੍ਹ ਪੈ ਗਿਆ ਉਹਦੇ ਵਿੱਚ ਅਰਬਨ ਡਿਵੈਲਪਮੈਂਟ ਵਿੱਚ, ਉਹਦੇ ਵਿੱਚ ਅਸੀਂ ਲਿਆ ਕੇ ਸਮਾਰਟ ਸਿਟੀ ਜਿਹੜੀ ਆ ਉਹਦੇ ਵਿੱਚ ਆਉਣ ਵਾਲੇ ਸਮੇਂ 'ਚ ਸਮਾਰਟ ਸਿਟੀ ਮੋਹਾਲੀ ਨੂੰ ਬਣਾਉਣ, ਉਹਦੇ ਵਿੱਚ ਸੈਂਟਰ ਗਵਰਨਮੈਂਟ ਜਿਹੜੀ ਸਕੀਮ ਆ ਉਹਦੇ ਵਿੱਚ ਅਸੀਂ ਲਿਜਾਉਣ ਵਾਸਤੇ ਕੋਸ਼ਿਸ਼ ਕਰ ਰਹੇ ਹਾਂ। ਬੇਦੀ ਸਾਹਿਬ ਆਸ ਆ ਵੀ ਉਹਦੇ 'ਚ ਅਸੀਂ ਫੁੱਲ ਕਰਾਂਗੇ। ਬਹੁਤ ਸੁਲਝੇ ਹੋਏ ਢੰਗ ਨਾਲ ਜਵਾਬ ਦਿੱਤਾ। ਮਾਝਾ ਜੀ, ਤੁਹਾਨੂੰ ਦੇਖ ਕੇ ਖਿਆਲ ਜੇ ਆਉਂਦੇ ਨੇ ਕਿ ਯਾਰ ਕੋਈ ਵੱਖਰੇ ਸੁਪਨੇ ਹੋਣੇ ਚਾਹੀਦੇ ਨੇ, ਅਸੀਂ ਵੀ ਕਿਤੇ ਪਹੁੰਚਣਾ। ਹਰੇਕ ਵਿਅਕਤੀ, ਜਿੰਨੇ ਵੀ ਦਰਸ਼ਕ ਸਾਡੇ ਦੇਖ ਰਹੇ ਨੇ, ਕੈਨੇਡਾ ਇਹ ਛੋਟਾ ਨਾਮ ਨਹੀਂ ਹੈਗਾ। ਕੈਨੇਡਾ ਇਹ ਹੁਣ ਫੋਕਸ ਕਿੱਥੇ ਕਰ ਰਿਹਾ, ਥੋੜਾ ਉਹਦਾ ਜ਼ਿਕਰ ਜ਼ਰੂਰ ਕਰੋ। ਕੈਨੇਡਾ ਦਾ ਸਭ ਤੋਂ ਵੱਡਾ ਜਿਹੜਾ ਇਸ ਵੇਲੇ ਫੋਕਸ ਹੈ ਉਹ ਸਸਟੇਨੇਬਲ ਡਿਵੈਲਪਮੈਂਟ ਵਾਲਾ ਜੀ, ਆਰਗੇਨਾਈਜ਼ਡ ਡਿਵੈਲਪਮੈਂਟ। ਕੈਨੇਡਾ ਦਾ ਜਿਹੜਾ ਰੋਲ ਹੈ ਉਹ ਅਸੀਂ ਅਥਾਰਟੀ ਦੇ ਸਾਹਮਣੇ ਵੀ ਇਹ ਆਇਆ ਕਿ ਕੈਨੇਡਾ ਦਾ ਰੋਲ ਹੈ ਕਿ ਆਥੋਰਾਈਜ਼ਡ ਡਿਵੈਲਪਮੈਂਟ ਹੀ ਹੋਵੇ ਜੀ। ਔਰ ਅੱਜ ਪੰਜਾਬ ਗਵਰਨਮੈਂਟ ਦਾ ਮੇਨ ਟੀਚਾ ਇਹ ਹੈ ਕਿ ਅਨਆਥੋਰਾਈਜ਼ਡ ਨੂੰ ਟੋਟਲੀ ਮਾਈਨਸ ਕਰਤਾ ਜਾਵੇ। ਹੁਣ ਉਹ ਟਾਈਮ ਆ ਚੁੱਕਾ ਹੈ ਕਿ ਅਨਆਥੋਰਾਈਜ਼ਡ ਜਿਹੜੀ ਹੈ ਉਹ ਅਸੀਂ ਨਹੀਂ ਬਰਦਾਸ਼ਤ ਕਰ ਸਕਦੇ। ਔਰ ਕੈਨੇਡਾ ਨੇ ਮੋਟੀਵੇਟ ਕੀਤਾ ਕਿ ਜਿੰਨੇ ਤਕਰੀਬਨ ਅਨਆਥੋਰਾਈਜ਼ਡ ਸੈਕਟਰ ਦੇ ਡਿਵੈਲਪਰ ਸੀਗੇ ਉਹਨਾਂ ਨੇ ਆਥੋਰਾਈਜ਼ਡ ਨੂੰ ਸ਼ੇਕ ਹੈਂਡ ਕਰ ਲਿਆ ਤੇ ਵੀ ਆਰ ਮੂਵਿੰਗ ਫਾਰ ਅ ਬੈਟਰ ਪਲੈਨਡ ਡਿਵੈਲਪਮੈਂਟ। ਸਭ ਤੋਂ ਵੱਡੀ ਜਿਹੜੀ ਡਿਵੈਲਪਮੈਂਟ ਪਲੈਨਡ, ਜਿਸ ਤਰ੍ਹਾਂ ਸਾਡੇ ਡਿਸਟ੍ਰਿਕਟ ਟਾਊਨ ਪਲੈਨਰ ਸਾਹਿਬ ਨੇ ਵੀ ਜ਼ਿਕਰ ਕੀਤਾ ਕਿ ਨਿਊ ਚੰਡੀਗੜ੍ਹ ਦਾ ਜਿਹੜਾ ਮਾਸਟਰ ਪਲਾਨ ਹੈ ਬਹੁਤ ਹੀ ਪਲੈਨਡ ਤਰੀਕੇ ਨਾਲ ਆ ਰਿਹਾ, ਕਿਉਂਕਿ ਨਾ ਹੀ ਨਿਊ ਚੰਡੀਗੜ੍ਹ ਹੈ, ਐਡਜਾਇਨਿੰਗ ਚੰਡੀਗੜ੍ਹ ਹੈਗਾ ਤਾਂ ਇੱਕ LP ਹੈ ਮੋਹਾਲੀ ਡਿਸਟ੍ਰਿਕਟ ਦਾ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਡਿਸਟ੍ਰਿਕਟ ਦਾ, ਪਰ ਇਹ ਆਥੋਰਾਈਜ਼ ਤਰੀਕੇ ਨਾਲ ਇੱਕ ਪਲੈਨ ਡਿਵੈਲਪਮੈਂਟ ਹੈ। ਔਰ ਜਦੋਂ ਅਸੀਂ ਸਸਟੇਨੇਬਲ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ ਉਹ ਉਹਦੇ ਤੋਂ ਵੀ ਉੱਪਰ ਹੈ। ਸਸਟੇਨੇਬਲ ਕਿਸੇ ਟਾਈਮ ਤੇ ਇਹ ਸੀਗਾ ਕਿ ਜੀ ਕਿਸੇ ਨੇ ਗ੍ਰੀਨ ਬਿਲਡਿੰਗ ਦੀ ਗੱਲ ਕਰਨੀ ਹੈ ਤੇ ਉਹਨੇ ਉਹ ਗ੍ਰੀਨ ਕਲਰ ਹਰਾ ਰੰਗ ਲਿਆ ਕੇ ਉਹ ਦੇਤਾ ਤੇ ਉਹ ਕਹਿੰਦੇ ਜੀ ਗ੍ਰੀਨ ਬਿਲਡਿੰਗ ਹੋ ਗਈ। ਉਹ ਨਹੀਂ ਹੈ, ਗ੍ਰੀਨ ਬਿਲਡਿੰਗ ਉਹ ਹੈ ਜਿੱਥੇ ਅਸੀਂ ਪ੍ਰੋਪਰ ਯੂਟਿਲਾਈਜੇਸ਼ਨ ਆਫ ਵਾਟਰ। ਬਿਲਕੁਲ ਪੁਆਇੰਟ ਹੈਗਾ। ਸ਼ਹਿਰੀਕਰਨ ਹੋ ਰਿਹਾ ਪਿੰਡਾਂ ਦਾ, ਕਿਤੇ ਨਾ ਕਿਤੇ ਕੁਦਰਤ ਦੇ ਨਾਲ ਛੇੜਛਾੜ ਵੀ ਤਾਂ ਹੋ ਰਹੀ ਹੈ। ਇਹ ਉਸ ਚੀਜ਼ ਨੂੰ ਲੈ ਕੇ ਤੁਹਾਨੂੰ ਨਹੀਂ ਲੱਗਦਾ ਸਾਨੂੰ ਸਾਰਿਆਂ ਨੂੰ ਸੁਹਿਰਦ ਹੋਣ ਦੀ ਲੋੜ ਹੈਗੀ ਆ? ਜਿਹੜੀ ਤੁਸੀਂ ਗੱਲ ਕੀਤੀ ਆ, ਇਹ ਵੀ ਕੁਦਰਤ ਨਾਲ ਛੇੜਛਾੜ ਹੈਗੀ ਆ। ਵੀ ਆਰ, ਜੇ ਅਸੀਂ ਅੰਕੜਿਆਂ ਦੀ ਗੱਲ ਕਰੀਏ ਤਾਂ ਦੋ ਅੰਕੜੇ ਬੜੇ ਇੰਪੋਰਟੈਂਟ ਨੇ ਜਿਹੜੇ ਵੇਰੀ ਕਰਦੇ ਰਹਿੰਦੇ ਨੇ। ਅੱਜ ਦੀ ਡੇਟ ਦੇ ਵਿੱਚ ਸਾਡੇ ਕੋਲ ਜਿਹੜੇ ਅੰਕੜੇ ਅਵੇਲੇਬਲ ਹੈ 11,000 ਏਕੜ ਜੀ ਅਕਵਾਇਰ ਹੋਇਆ ਫॉर ਡਿਵੈਲਪਮੈਂਟ ਜੀ, ਜਿਹੜਾ ਔਨ ਰਿਕਾਰਡ ਹੈ ਇਨ ਮੋਹਾਲੀ ਡਿਸਟ੍ਰਿਕਟ ਜੀ। ਔਰ ਉਹਦੇ ਤੇ 15,000 ਕਰੋੜ ਦਾ ਨਿਵੇਸ਼ ਹੋਇਆ। ਇਹ ਇੱਕ ਡੈਕੇਡ ਦੀ ਗੱਲ ਕਰ ਰਿਹਾ ਮੈਂ ਜੀ। ਜੇ ਇੰਨੀ ਵੱਡੀ ਡਿਵੈਲਪਮੈਂਟ ਹੋ ਰਹੀ ਹੈ ਤਾਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਕੁਦਰਤ ਦੇ ਨਾਲ ਛੇੜਛਾੜ, ਦੇਖੋ ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਜਿਹੜੇ ਵੀ ਇਸ ਲਾਈਨ ਦੇ ਵਿੱਚ ਆ ਰਹੇ ਨੇ, ਜਦੋਂ ਅਸੀਂ ਕੈਨੇਡਾ ਦੀ ਗੱਲ ਕਰ ਰਹੇ ਹਾਂ ਔਰ ਗਵਰਨਮੈਂਟ ਦੀ ਮਾਪਦੰਡ ਦੀ ਗੱਲ ਕਰ ਰਹੇ ਹਾਂ, ਜਿਹੜੀਆਂ ਨੋਰਮਸ ਹੈ, ਸੋ ਸਸਟੇਨੇਬਲ ਡਿਵੈਲਪਮੈਂਟ ਇਜ਼ ਪ੍ਰੈਫਰਡ। ਸਸਟੇਨੇਬਲ ਦੇ ਵਿੱਚ ਇਹ ਹੈ ਕਿ ਸਭ ਤੋਂ ਪਹਿਲਾਂ ਕਿ ਜਿੰਨੇ ਵੀ ਪ੍ਰੋਜੈਕਟ ਆ ਰਹੇ ਉਹਨਾਂ 'ਚ ਰੇਨ ਵਾਟਰ ਹਾਰਵੈਸਟਿੰਗ ਮੈਂਡੇਟਰੀ ਹੈ ਜੀ। ਜਦੋਂ ਘਰ ਬਣਨਗੇ ਤਾਂ ਸੋਲਰ ਸਿਸਟਮ ਮੈਂਡੇਟਰੀ ਹੈ। ਬੇਸਿਕ ਜਿਹੜੀ ਚੀਜ਼ ਹੈ, ਜੇ ਅਸੀਂ ਪਲਾਂਟੇਸ਼ਨ ਦੀ ਗੱਲ ਕਰੀਏ ਤੇ ਇੰਡੀਆ ਦੇ ਵਿੱਚ ਪਰ ਪਰਸਨ ਜਿਹੜੇ ਦਰਖਤ ਹੈ, ਟਰੀਜ਼ ਹੈ, ਉਹਨਾਂ ਦੀ 2 ਅੰਕੜਿਆਂ ਦੇ ਵਿੱਚ 28 ਹੈ। ਜੇ ਅਸੀਂ ਕੈਨੇਡਾ ਦੇ ਵਿੱਚ ਗੱਲ ਕਰੀਏ ਤਾਂ ਉਹ 4 ਅੰਕੜਿਆਂ ਦੇ ਵਿੱਚ ਹੈ। ਸੀ ਉਹਨਾਂ ਕੰਟਰੀਜ਼ ਨੇ ਹਰ ਇੱਕ ਕੰਟਰੀ ਦੇ ਵਿੱਚ 3 ਤੋਂ 4 ਅੰਕੜਿਆਂ 'ਚ ਹੈ। ਸਿਰਫ ਇੰਡੀਆ ਹੀ ਕਿੱਦਾਂ ਦਾ ਕੰਟਰੀ ਜਿੱਥੇ 2 ਅੰਕੜਿਆਂ 'ਚ ਹੈ। ਐਵਰੀਵਨ ਸ਼ੁੱਡ ਟਰਾਈ ਟੂ ਮੇਨਟੇਨ ਜਿਹੜਾ ਗ੍ਰੀਨ এনवायरमेंट, ਉਹਦੇ 'ਚ ਪਲਾਂਟੇਸ਼ਨ 'ਚ ਅਸੀਂ ਰੈਗੂਲਰ ਕਰਦੇ ਰਹਿੰਦੇ ਹਾਂ। ਔਰ ਈਵਨ ਨਿਊ ਚੰਡੀਗੜ੍ਹ 'ਚ ਤਾਂ ਔਰ ਮੋਹਾਲੀ ਡਿਸਟ੍ਰਿਕਟ ਦੇ ਵਿੱਚ
ਟਰੀ ਜਿਹੜੇ ਅਸੀਂ ਟ੍ਰਾਂਸਪਲਾਂਟ ਵੀ ਕਰ ਰਹੇ ਹਾਂ। ਜੀ ਜੇ ਮੈਂ ਆਪਣੇ ਪ੍ਰੋਜੈਕਟ ਦੀ ਗੱਲ ਕਰਾਂ ਤੇ ਅਸੀਂ ਕੋਈ 30 ਦੇ ਕਰੀਬ ਪਿੱਪਲ ਟਰੀਜ਼ ਟ੍ਰਾਂਸਪਲਾਂਟ ਕੀਤੇ ਹੈ। ਉਹ ਬੜਾ ਇੱਕ ਸਟੋਰੀ ਬਣ ਗਈ ਸੀ ਕਿ ਪਿੱਪਲ ਨੂੰ ਹੱਥ ਲਾਉਣਾ ਬਹੁਤ ਮੁਸ਼ਕਲ ਹੁੰਦਾ ਕਿਉਂਕਿ ਇਹਦੇ ਨਾਲ ਧਾਰਮਿਕ ਆਸਥਾਵਾਂ ਵੀ ਜੁੜੀਆਂ ਹੁੰਦੀਆਂ। ਵੈਸੇ ਮੈਂ ਕਿਸੇ ਪੰਡਤ ਜੀ ਨਾਲ ਗੱਲ ਕੀਤੀ ਸੀ, ਉਹ ਕਹਿੰਦੇ ਧਾਰਮਿਕ ਆਸਥਾ ਸਿਰਫ এনवायरमेंट ਦੇ ਕੰਸਰਨਿੰਗ ਹੀ ਹੈ ਕਿ ਇਹ ਜਿਹੜਾ ਸਾਨੂੰ ਆਕਸੀਜਨ ਦਿੰਦਾ। ਤੇ ਮੈਂ ਜਦੋਂ ਇਹ ਅਸੀਂ ਟ੍ਰਾਂਸਪਲਾਂਟ ਕਰਨ ਦੀ ਕੋਸ਼ਿਸ਼ ਕੀਤੀ ਵੀ ਹੈਡ ਦੀ ਕੰਸਰਨ ਜਿਹੜਾ ਸਾਰਾ JCBs ਵਗੈਰਾ ਲੈ ਗਏ ਤੇ ਉਹ JCB ਦਾ ਜਿਹੜਾ ਡਰਾਈਵਰ ਸੀ ਉਹ ਕਹਿੰਦਾ ਵੀ ਮੈਂ ਇਹਨੂੰ ਹੱਥ ਨਹੀਂ ਲਾਣਾ, ਇਹ ਤਾਂ ਦੇਵਤਾ ਹੈ ਜੀ। ਫਿਰ ਅਸੀਂ ਉਹਨੂੰ ਸਮਝਾਇਆ ਵੀ ਭਾਈ ਅਸੀਂ ਉਹ ਪੰਡਤ ਜੀ ਬੁਲਾਏ ਹੈ ਤੇ ਅਸੀਂ ਪੂਜਾ ਕਰਕੇ ਇਹਨੂੰ ਪਰਮਾਨੈਂਟ ਸਥਾਨ ਤੇ ਲੈ ਕੇ ਚੱਲੇ ਆ। ਉੱਥੇ ਆਲਰੇਡੀ ਸਾਰਾ ਸਫੇਦ ਵਰਕ ਹੋ ਚੁੱਕਾ ਹੈ ਤੇ ਉੱਥੇ ਅਸੀਂ 7 ਟਾਈਪਸ ਕਰਾਂਗੇ। ਉਹ ਕਹਿੰਦਾ ਨਹੀਂ ਜੀ ਮੈਂ ਨਹੀਂ ਕਰਨਾ। ਫਿਰ ਮੈਂ ਕਿਹਾ ਤੂੰ ਕਿਵੇਂ ਕਰੇਗਾ? ਕਹਿੰਦਾ ਮੈਨੂੰ ਤਾਂ ਤੁਸੀਂ ਅੱਧੀ ਲਵਾ ਦਿਓ ਤਾਂ ਮੈਂ ਚੱਕੂਗਾ ਇਹਨੂੰ, ਹੱਥ ਲਾਵਾਂਗਾ। ਸੋ ਦੈਟ ਵਾਜ਼ ਅ ਲਾਈਟਰ ਪਾਰਟ। ਅਸੀਂ ਉਹਨੂੰ ਕਿਹਾ ਵੀ ਭਾਈ ਇੱਕ ਬੰਨੇ ਪੂਜਾ ਹੋ ਰਹੀ ਹੈ, ਇੱਕ ਬੰਨੇ ਉਹ ਬੰਦਾ ਡਰ ਰਿਹਾ ਹੈ ਕਿ ਮੈਂ ਪਿੱਪਲ ਨੂੰ ਹੱਥ ਨਹੀਂ ਲਾਣਾ। ਤੇ ਅਸੀਂ ਟਰੀ ਟ੍ਰਾਂਸਪਲਾਂਟ ਕੀਤੇ, ਬਹੁਤ ਕਾਸਟਲੀ ਅਫੇਅਰ ਸੀਗਾ। ਇਸੇ ਤਰੀਕੇ ਨਾਲ ਜਦੋਂ ਅਸੀਂ ਰੇਨ ਵਾਟਰ ਹਾਰਵੈਸਟਿੰਗ ਦੀ ਗੱਲ ਕਰਦੇ ਹਾਂ ਤੇ ਪਹਿਲਾਂ ਤਾਂ ਇਹ ਲੋਕ ਸੋਚਦੇ ਸੀ ਕਿ ਜੀ 8 ਤੋਂ 10 ਲੱਖ ਰੁਪਏ ਦਾ ਖਰਚਾ ਆਉਂਦਾ ਹੈ ਰੇਨ ਵਾਟਰ ਹਾਰਵੈਸਟਿੰਗ ਪਿਟ ਬਣਾਉਣ ਤੇ, ਪਰ ਉਹਦਾ ਜਿਹੜਾ ਸਾਨੂੰ ਲੌਂਗ ਟਰਮ 'ਚ ਕਿੰਨਾ ਬੈਨੀਫਿਟ ਹੈ। ਸਾਰਾ ਅਸੀਂ ਵਾਟਰ ਸਰਕੂਲੇਟ ਕਰਦੇ ਹਾਂ ਧਰਤੀ ਦੇ, ਕਿਉਂਕਿ ਬੱਦਲ ਹੀ ਇੱਕ ਮਾਧਿਅਮ ਹੈ ਜਿਹਦੇ ਨਾਲ ਪਾਣੀ ਸਾਰਾ ਜਿਹੜਾ ਪਿਓਰ ਵਾਟਰ ਸਰਕੂਲੇਟ ਹੁੰਦਾ ਹੈ। ਸੋ ਇਹ ਚੀਜ਼ ਹੈ। ਦੂਸਰਾ ਇਹ ਹੈ ਕਿ ਅੱਜ ਦੀ ਡੇਟ ਦੇ ਵਿੱਚ ਜਿਹੜੀ ਸਾਡੀ ਅਥਾਰਟੀ ਹੈ ਔਰ ਇੱਕ ਸਰਟੀਫਿਕੇਸ਼ਨ ਹੈ ਗ੍ਰੀਨ ਬਿਲਡਿੰਗਸ ਸਰਟੀਫਿਕੇਸ਼ਨ IGBC ਇੰਡੀਅਨ ਗ੍ਰੀਨ ਬਿਲਡਿੰਗਸ ਕਾਉਂਸਲ, ਉਹਦੇ 'ਚੋਂ ਗ੍ਰੇਡੇਸ਼ਨ ਵੀ ਦਿੰਦੇ ਹੈ ਪਲਾਟੀਨਮ, ਗੋਲਡ, ਸਿਲਵਰ। ਉਹਦੇ ਨਾਲ FAR ਦੀ ਜਿਹੜੀ ਹੈਗੀ ਹੈ ਐਡੀਸ਼ਨਲ ਲੀਵਰੇਜ ਮਿਲਦੀ ਹੈ ਪ੍ਰੋਜੈਕਟਸ ਨੂੰ। ਸੋ ਦੈਟ ਐਡਸ ਕਿ ਜੇ ਕਿਸੇ ਦਾ ਓਵਰ ਕਮਿਟਮੈਂਟ ਹੋ ਰਹੀ ਹੈ ਇਨ ਐਕਸਪੈਂਡੀਚਰ ਤੇ ਗ੍ਰੀਨ ਬਿਲਡਿੰਗਸ ਵੱਲ ਜੇ ਅਸੀਂ ਜਾਂਦੇ ਹਾਂ ਤੇ ਇਹ ਚੀਜ਼ਾਂ ਦਾ ਸਾਨੂੰ ਬੈਨੀਫਿਟ ਵੀ ਹੁੰਦਾ ਹੈ। ਸੋ ਦਿਸ ਇਜ਼ ਜਿਸ ਤਰ੍ਹਾਂ ਲਾਈਟ ਹੈ ਇਸ ਆਡੀਟੋਰੀਅਮ 'ਚ ਬੈਠੇ ਜਿੰਨੀਆਂ ਹੁਣ ਤਾਂ ਚਲੋ ਇਹ ਸਾਡਾ ਸ਼ੂਟ ਚੱਲ ਰਿਹਾ, ਜਿੰਨੀ ਸਾਨੂੰ ਲਾਈਟ ਚਾਹੀਦੀ ਹੈ ਪ੍ਰਾਪਤ ਤੋਂ ਅਸੀਂ ਕੋਸ਼ਿਸ਼ ਕਰੀਏ ਕਿ ਆਊਟਸਾਈਡ ਜਿਹੜੀ ਸਨਲਾਈਟ ਹੈ ਉਹਨੂੰ ਯੂਜ਼ ਕਰੀਏ। ਸੋ ਦੀਜ਼ ਆਰ ਆਲ ਬੇਸਿਕਲੀ ਟੂਵਰਡਸ ਦੀ ਸਸਟੇਨੇਬਲ ਡਿਵੈਲਪਮੈਂਟ। ਇੱਕ ਹੋਰ ਕਾਫੀ ਵੱਡਾ ਕਦਮ ਚੁੱਕਿਆ ਜਾ ਰਿਹਾ, ਉਹਨੂੰ ਇੰਪਲੀਮੈਂਟ ਹੋਣ 'ਚ ਪੂਰਾ ਹੋਣ 'ਚ ਟਾਈਮ ਲੱਗੇਗਾ। ਦੈਟ ਇਜ਼ ਕਿ ਜਿਹੜੀਆਂ ਸਾਡੀਆਂ ਰੋਡਸ ਨੇ ਉਹਦੇ 'ਚ ਅਸੀਂ ਇੰਸਟੈਡ ਆਫ ਨੈਚੁਰਲ ਐਗਰੀਗੇਟ ਜਿਹੜੇ ਅਸੀਂ ਪੱਥਰਾਂ ਨੂੰ ਕ੍ਰਸ਼ ਕਰਕੇ ਪਹਾੜਾਂ ਨੂੰ ਕ੍ਰਸ਼ ਕਰਕੇ ਕਰਦੇ ਹਾਂ, ਉੱਥੇ ਸਟੀਲ ਸਲੈਗ ਨੂੰ ਯੂਜ਼ ਕੀਤਾ ਜਾਏ। ਨੈਸ਼ਨਲ ਲੈਵਲ ਤੇ ਇਹ ਟਰਾਈ ਹੋ ਚੁੱਕਾ ਹੈ। ਈਵਨ ਇਨ ਨਿਊ ਚੰਡੀਗੜ੍ਹ ਵੀ ਹੈਵ ਟਰਾਈਡ ਇਟ ਐਂਡ ਇਟ ਇਜ਼ ਮੋਰ ਸਸਟੇਨੇਬਲ, ਮੋਰ ਡਿਊਰੇਬਲ। ਥੋੜੀ ਜਿਹੀ ਕਾਸਟਲੀ ਹੈ ਕਿ ਕੋਈ ਸਟੀਲ ਸਲੈਗ ਜਿਹੜੀ ਹੈ ਕਾਸਟਲੀ ਹੋ ਚੁੱਕੀ ਹੈ because limited resources of steel slag are available in Mandi Gobindgarh, but elsewhere in India lot of steel slag is available. So if that is organized the roads ਜਿਹੜੀਆਂ ਹੋਣਗੀਆਂ ਸਾਡੀਆਂ ਉਹ ਕਾਫੀ ਡਿਊਰੇਬਲ ਵੀ ਹੋਣਗੀਆਂ ਔਰ ਸਸਟੇਨੇਬਲ ਕਮਿਟਮੈਂਟ ਵੀ ਸਾਡੀ ਆਨਰ ਹੋਏਗੀ। ਥੋੜਾ ਕਮਰਸ਼ੀਅਲ ਸੈਕਟਰ ਬਾਰੇ ਵੀ ਦੱਸੋ ਡਿਵੈਲਪਮੈਂਟ ਨੂੰ ਲੈ ਕੇ। ਚਲੋ ਅਟਵਾਲ ਸਾਹਿਬ ਕੋਲ ਮੈਂ ਸਵਾਲ ਕਰ ਦਿੰਦਾ। ਅਟਵਾਲ ਸਾਹਿਬ, ਜਿਹੜਾ ਮੈਂ ਕੱਲ ਥੋੜੀ ਦੇਰ ਪਹਿਲਾਂ ਗੱਲ ਕੀਤੀ ਸੀ ਕਿ ਇੱਕ ਪੇਚ ਫਸਦਾ ਸਰਵਿਸਿਜ਼ ਨੂੰ ਲੈ ਕੇ ਕਿ ਸਾਡੀ ਪਹੁੰਚ ਨਹੀਂ ਹੈਗੀ ਗਮਾਡਾ ਤੱਕ, ਕਿੱਥੇ ਜਾਈਏ। ਕਈ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਗਮਾਡਾ ਹੈ ਕਿੱਥੇ ਆ, ਆਫਿਸ ਕਿੱਥੇ ਆ। ਪੁੱਛਦੇ ਪਛਾਉਂਦੇ ਪਹੁੰਚ ਜਾਂਦੇ ਨੇ। ਕਈ ਵਾਰ ਇਸ ਤਰ੍ਹਾਂ ਦੇ ਮਾਮਲੇ ਨਿਕਲ ਕੇ ਸਾਹਮਣੇ ਆਏ ਆ ਕਿ ਉਹਨਾਂ ਦੀ ਸੁਣਵਾਈ ਨਹੀਂ ਹੋਈ। ਪਿਛਲੇ ਸਮੇਂ ਦੀ ਮੈਂ ਗੱਲ ਕਰ ਰਿਹਾ ਕਿ ਉਹ ਚੀਜ਼ਾਂ ਨੂੰ ਸੈੱਟ ਕਰ ਲਿਆ ਗਿਆ, ਸੁਧਾਰ ਲਿਆ ਦਿੱਤਾ ਗਿਆ। ਬਿਲਕੁਲ ਸੁਧਾਰ ਲਿਆ ਦਿੱਤਾ ਗਿਆ। ਜਦੋਂ ਤੇ ਇਸ ਗਵਰਨਮੈਂਟ ਨੇ ਆਂਦੇ ਸਾਡੇ ਮੰਤਰੀ ਸਾਹਿਬ ਅਮਨ ਅਰੋੜਾ ਜੀ ਨੇ ਆਂਦੇ ਹੀ ਹਰ ਹਫਤੇ ਲਗਭਗ ਉਹਨਾਂ ਦੀ ਲੋਕਾਂ ਦੀਆਂ ਸਮੱਸਿਆ ਸੁਣਨ ਲਈ ਇੱਕ ਮੀਟਿੰਗ ਹੁੰਦੀ ਹੈ ਜੀ, ਤੇ ਉਹਨਾਂ ਦਾ ਸਮਾਂ ਵੱਧ ਨਿਪਟਾਰਾ ਹੁੰਦਾ ਜਿਹੜੀਆਂ ਲੋਕਾਂ ਦੀਆਂ ਕੰਪਲੇਂਟਾਂ ਆਉਂਦੀਆਂ ਜੀ ਉਹਨਾਂ ਦਾ। ਤੇ ਗਮਾਡਾ ਨੇ ਇਨੀਸ਼ੀਏਟ ਲੈ ਕੇ ਮੈਕਸਿਮਮ ਸਰਵਿਸਿਜ਼ ਆਨਲਾਈਨ ਕਰਤੀਆਂ ਵੀ ਲੋਕਾਂ ਦੀ ਡਾਇਰੈਕਟ ਸਿੱਧੀ ਦਫ਼ਤਰ ਪਹੁੰਚਣ ਦੀ ਲੋੜ ਹੀ ਨਾ ਪਏ। ਆਨਲਾਈਨ ਸਰਵਿਸਿਜ਼ ਕਰਤੀਆਂ ਜੀ, ਤੇ ਆਨਲਾਈਨ ਸਰਵਿਸਿਜ਼ ਨਾਲ ਫੇਸ ਟੂ ਫੇਸ ਇੰਟਰੈਕਸ਼ਨ ਬੰਦ ਹੋ ਗਈ ਹੈ, ਜਿਹਦੇ ਨਾਲ ਡਾਇਰੈਕਟਲੀ ਮੀਡੀਆ ਦੇ ਰਸਤੇ ਹੀ ਮਤਲਬ ਆਨਲਾਈਨ ਸਾਡੇ ਕੋਲ ਆ ਜਾਂਦੀਆਂ ਸਮੱਸਿਆਵਾਂ ਤੇ ਉਹਨਾਂ ਦਾ ਹੱਲ ਹੋ ਜਾਂਦਾ ਹੈ। ਤੁਹਾਡਾ ਪਹਿਲਾ ਇੱਕ ਕੁਐਸਚਨ ਮੇਰੇ ਤੋਂ ਸਰਵਿਸਿਜ਼ ਦੇ ਰਿਗਾਰਡਿੰਗ ਹੀ ਸੀ। ਜਿਹੜਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਹੈ, ਇਹ ਸ਼ਹਿਰ ਹੈ, ਇਹ ਚੰਡੀਗੜ੍ਹ ਦੀ ਲਗਾਤਾਰਤਾ 'ਚ ਹੈ। ਬਿਲਕੁਲ, ਮਤਲਬ ਲਗਭਗ 50 ਸੈਕਟਰ ਚੰਡੀਗੜ੍ਹ ਨੇ, 75 ਸੈਕਟਰ ਸਾਡੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ 'ਚ ਅੱਗੇ ਵਧਦੇ ਵੀ ਜਾ ਰਹੇ ਨੇ ਅੱਗੇ। ਬਿਲਕੁਲ ਬਿਲਕੁਲ ਉਹਦਾ ਵਾਧਾ। ਹੁਣ ਅਸੀਂ
ਲਗਭਗ 20 ਤੋਂ 25 ਸੈਕਟਰਾਂ ਦਾ ਟਾਊਨ ਜਿਹੜਾ ਸਾਹਿਬਜ਼ਾਦਾ ਅਜੀਤ ਸਿੰਘ ਦਾ ਨਗਰ ਦਾ ਹਿੱਸਾ ਹੈ। ਐਰਟੋਪੋਲਿਸ 에ਅਰਪੋਰਟ ਵਾਲੀ ਰੋਡ ਹੈ ਜਿਹੜੀ ਸਿੱਧਾ ਲਾਂਡਰਾ ਬਨੂੜ ਰੋਡ ਤੇ ਮਿਲਦੀ ਆ ਕੇ, ਉਹਦੇ ਸੱਜੇ ਹੱਥ ਅਸੀਂ ਆਈਟੀ ਸਿਟੀ ਹੈ, ਖੱਬੇ ਹੱਥ ਐਰਟੋਪੋਲਿਸ ਜੀ 1653 ਏਕੜ ਫੇਸ 1 ਚ ਹੈ। ਉਹਦੇ ਚ ਅੱਗੇ ਉਹਦੇ 2 ਫੇਸ ਹੋਰ ਹੋਣਗੇ। 5500 ਏਕੜ ਦਾ ਪੂਰਾ ਮਾਡਰਨ ਸ਼ਹਿਰ, ਮੋਹਾਲੀ ਦੇ ਵਿੱਚ ਵੀ ਇੱਕ ਸ਼ਹਿਰ ਮਤਲਬ ਮਾਡਰਨ ਐਰਟੋਪੋਲਿਸ ਦੇ ਨਾਮ ਤੇ, ਜਿਹਦੇ ਚ ਅਸੀਂ ਸਿਰਫ 35% ਏਰੀਆ ਰੈਜ਼ੀਡੈਂਸ਼ੀਅਲ, ਬਾਕੀ ਕਮਰਸ਼ੀਅਲ ਹੈ। ਗ੍ਰੀਨ ਏਰੀਆ ਬਹੁਤ ਹੈ ਉਹਦੇ ਚ ਜੀ, ਮਤਲਬ ਸੈਲਫ ਸਸਟੇਨੇਬਲ ਟਾਊਨਸ਼ਿਪ ਹੋਏਗੀ ਉਹ। ਜੀ ਹਾਂ, ਜਿੱਥੋਂ ਤੁਸੀਂ ਮਾਝਾ ਸਾਹਿਬ ਤੋਂ ਇੱਕ ਕੁਐਸਚਨ ਪੁੱਛਿਆ ਸੀ ਵੀ এনवायरमेंट ਦਾ ਆਪਾਂ ਛੇੜਛਾੜ ਕਰ ਰਹੇ ਹਾਂ, ਉਹਦੇ ਚ ਕੀ ਆ ਵੀ ਜਿਹੜੀਆਂ ਨੈਚੁਰਲ ਵਾਟਰ ਬੋਡੀਜ਼ ਨੇ ਉਹਨਾਂ ਨੂੰ ਅਸੀਂ ਐਜ ਇਟ ਇਜ਼ ਪ੍ਰੀਜ਼ਰਵ ਕਰਕੇ ਉਹਦੇ ਨਾਲ ਗ੍ਰੀਨ ਦੇ ਰਹੇ ਹਾਂ। ਜੀ ਤੇ ਪਾਣੀ ਦੀ ਜਿਹੜੀ ਸਮੱਸਿਆ ਦਾ ਹੱਲ ਕਰਨ ਲਈ ਉਦੋਂ ਰੇਨ ਵਾਟਰ ਹਾਰਵੈਸਟਿੰਗ 300 ਸਕੁਅਰ ਗਜ ਦੇ ਹਰ ਘਰ ਦੇ ਨਾਲ ਰੇਨ ਵਾਟਰ ਹਾਰਵੈਸਟਿੰਗ ਵੈਲ ਜ਼ਰੂਰੀ ਹੈ ਜੀ। ਗਾਹਾਂ ਪਲਾਂਟਸ ਦੀ ਗੱਲ ਆ ਗਈ, ਹਰ ਘਰ 225 ਸਕੁਅਰ ਮੀਟਰ ਕਵਰਡ ਏਰੀਆ ਤੇ ਇੱਕ ਦਰਖਤ ਜ਼ਰੂਰੀ ਹੈ। ਹਰ ਘਰ ਦੇ ਵਿੱਚ ਲਗਭਗ 2 ਦਰਖਤ ਬਿਲਕੁਲ ਜ਼ਰੂਰੀ ਲੱਗਣੇ। ਆ। ਅਸੀਂ ਵੀ ਅਪੀਲ ਕਰਦੇ ਹਾਂ ਲੋਕਾਂ ਨੂੰ ਕਿ ਦਰਖਤ ਬੂਟਾ ਜ਼ਰੂਰ ਲਗਾਇਆ ਜਾਵੇ, ਲਗਾ ਕੇ ਛੱਡ ਨਾ ਦਿੱਤਾ ਜਾਵੇ। ਉਹਦਾ ਪਾਲਣ ਪੋਸ਼ਣ ਜੇ ਇਸ ਤਰੀਕੇ ਨਾਲ ਅਸੀਂ ਆਪਣੇ ਬੱਚਿਆਂ ਦਾ ਕਰਦੇ ਹਾਂ ਉਸ ਤਰੀਕੇ ਨਾਲ ਕਰੀਏ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਨੇ, ਗਲੇਸ਼ੀਅਰ ਪਿਘਲ ਰਹੇ ਨੇ, ਉਹ ਜਿਹੜੀਆਂ ਕਰੋਪੀਆਂ ਨੇ ਉਹਨਾਂ ਤੋਂ ਬਚਿਆ ਜਾ ਸਕੇ ਸਾਡੀਆਂ ਆਉਣ ਵਾਲੀ ਪੀੜ੍ਹੀਆਂ ਲਈ। ਤਾਂ ਇਹ ਸੈਸ਼ਨ ਸਮਾਪਤ ਕਰਦੇ ਹਾਂ। ਬਹੁਤ ਵਧੀਆ, ਧੰਨਵਾਦ ਕਰਦੇ ਹਾਂ ਤੁਹਾਡਾ ਸਾਰਿਆਂ ਦਾ। ਮਾਝਾ ਜੀ ਪਹੁੰਚੇ, ਅਟਵਾਲ ਸਾਹਿਬ ਪਹੁੰਚੇ ਤੇ ਕੁਲਜੀਤ ਸਿੰਘ ਬੇਦੀ ਜੀ ਪਹੁੰਚੇ। ਮਾਝਾ ਜੀ, ਤੁਹਾਡੇ ਬਾਰੇ ਜ਼ਰੂਰ ਜ਼ਿਕਰ ਕਰਾਂਗਾ ਮੈਂ। ਤਰੱਕੀ ਦੀ ਜੇ ਕੋਈ ਮਿਸਾਲ ਹੈਗੀ ਆ ਤਾਂ ਉਹ ਤੁਸੀਂ ਹੋ, ਜਗਜੀਤ ਸਿੰਘ। ਨਹੀਂ, ਉਹ ਤਾਂ ਕੁਦਰਤ ਦੀ ਇੱਕ ਬਖਸ਼ਿਸ਼ ਹੈ ਕਿ ਮੈਂ ਹਮੇਸ਼ਾ ਇਹ ਕਹਿਣਾ ਕਿ God has chosen us for the heavenly mission to work for the great country like India। ਤੇ ਇਹ ਤਾਂ ਬੜੀ ਲੰਬੀ ਇੱਕ ਸਾਡੀ ਜਿਹੜੀ ਹੈ ਕਮਿਟਮੈਂਟ ਹੈ that we are honoring। ਤੇ ਬੜਾ ਅੱਛਾ ਲੱਗਾ। ਪਰ ਇਹ ਹੈ ਵੀ ਜਿਸ ਤਰ੍ਹਾਂ ਅੱਜ ਵਿਜ਼ਨ ਹੈ ਸਾਡੇ ਮੰਤਰੀ ਸਾਹਿਬ ਦੀ, ਸਾਡੇ CM ਸਾਹਿਬ ਦੀ, ਔਰ ਜੇ ਅਸੀਂ ਟੌਪ ਤੇ ਜਾਈਏ ਤੇ PM ਸਾਹਿਬ ਦੀ, ਇਹ ਸਾਰੇ ਜਿਹੜੇ ਸਾਡੇ ਕਾਬਲ ਨੁਮਾਇੰਦੇ ਨੇ, ਇਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਹੈ ਉਹ ਅਣਥੱਕ ਮਿਹਨਤ ਜਿਹੜੀ ਹੈ ਉਹ ਇੰਡੀਆ ਨੂੰ ਕਿਤੇ ਦੀ ਕਿਤੇ ਲੈ ਕੇ ਜਾਏਗੀ। ਅੱਜ G20 ਦਾ ਸੰਮੇਲਨ ਵੀ ਚੱਲ ਰਿਹਾ ਹੈ, ਕੱਲ ਤੋਂ ਸ਼ੁਰੂ ਹੋਇਆ ਸੀਗਾ। ਔਰ ਪਹਿਲਾਂ ਜਦੋਂ ਅਸੀਂ ਚੰਡੀਗੜ੍ਹ ਯੂਨੀਵਰਸਿਟੀ ਦੀ ਗੱਲ ਕੀਤੀ ਤਾਂ ਉਹ ਕਹਿੰਦੇ ਕਿ 50 ਕੰਟਰੀਜ਼ ਦੇ ਬੱਚੇ ਸਾਡੇ ਇੱਥੇ ਪੜ੍ਹ ਰਹੇ ਹੈ, ਤੇ ਅੱਜ 50 ਕੰਟਰੀਜ਼ ਦੇ ਰਿਪਰੈਜ਼ੈਂਟੇਟਿਵਸ ਚੰਡੀਗੜ੍ਹ ਦੇ ਵਿੱਚ ਆਏ ਹੈ। ਪਰ ਕਮਿਟਮੈਂਟ ਬਹੁਤ ਵੱਡੀ ਹੈ। ਮੈਂ ਇੱਕ ਵਰਡਸ ਹੈਗੇ, ਕਹਿੰਦੇ ਦੀ ਵਰਡਸ ਆਰ ਲਵਲੀ ਡਾਰਕ ਐਂਡ the woods are lovely dark and deep but we have promised to keep and miles to go before I sleep। ਹਰ ਕੋਈ ਜੇ ਆਪਣੀ ਯੋਗਦਾਨ ਜਿਹੜਾ ਉਹਦਾ ਚਾਹੀਦਾ ਹੈ for the commitment to the environment, to the country and the growth of we should be sensible to all concerned। So I think then India will be able to achieve the 5 trillion mark which we are striving for। ਅਟਵਾਲ ਸਾਹਿਬ ਵੀ ਕੁਝ ਕਹਿਣਾ ਚਾਹ ਰਹੇ ਨੇ। ਬਹੁਤ ਅੱਛੀ ਗੱਲ ਕਹੀ ਤੁਸੀਂ ਮਾਝਾ ਜੀ। ਅਟਵਾਲ ਸਾਹਿਬ ਕੀ ਕਹੋਗੇ? ਮੈਂ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਇੱਕ ਗੱਲ ਦੱਸਣਾ ਚਾਹੁੰਦਾ ਵੀ ਪਿਛਲੇ 10 ਸਾਲ ਪਹਿਲਾਂ ਚੰਡੀਗੜ੍ਹ 1 ਨੰਬਰ ਤੇ ਸੀ, 2 ਨੰਬਰ ਤੇ ਪੰਚਕੂਲਾ ਸੀ, 3 ਨੰਬਰ ਤੇ SS ਨਗਰ ਸੀ। ਇਹਨਾਂ 10 ਸਾਲ ਦੇ ਵਿੱਚ ਮੋਹਾਲੀ ਨੇ ਇੰਨੀ ਮਤਲਬ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਇੰਨੀ ਕੁ ਤਰੱਕੀ ਕੀਤੀ ਵੀ ਹੁਣ ਚੰਡੀਗੜ੍ਹ 1 ਨੰਬਰ ਤੇ, SS ਨਗਰ 2 ਨੰਬਰ ਤੇ ਪੰਚਕੂਲਾ 3 ਨੰਬਰ ਤੇ ਖਿਸ ਗਿਆ ਜੀ। ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਇੰਸ਼ੋਰੈਂਸ ਦੇਣਾ ਚਾਹੁੰਦਾ, ਅਗਲੇ 10 ਸਾਲ ਦੇ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ 1 ਨੰਬਰ ਤੇ ਹੋਏਗਾ, ਚੰਡੀਗੜ੍ਹ 2 ਨੰਬਰ ਤੇ ਹੋਏਗਾ ਜੀ। ਬਿਲਕੁਲ, ਕੀ ਬਾਤ ਹੈ। ਉਹੀ ਗੱਲ ਹੋ ਗਈ ਨਾ, ਸੂਨ ਚੰਡੀਗੜ੍ਹ ਵਿਲ ਬੀ ਪੂਅਰ ਕਜ਼ਨ ਆਫ ਮੋਹਾਲੀ। ਕੀ ਬਾਤ ਹੈ ਜੀ। ਚਲੋ ਧੰਨਵਾਦ ਹੈ ਜੀ ਸਾਰੇ ਮਹਿਮਾਨਾਂ ਦਾ। ਧੰਨਵਾਦ ਜੀ। ਕੁਲਜੀਤ